ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਲੋਕਡਾਊਨ ਜਿਸ ਤਰ੍ਹਾਂ ਦੇ ਨਾਲ ਹੁਣ ਰਿਆਇਤਾਂ ਦਿੱਤੀਆਂ ਗਈਆਂ ਨੇ ਤੇ ਹੌਲੀ-ਹੌਲੀ ਜ਼ਿੰਦਗੀ ਪਟੜੀ ਤੇ ਆ ਰਹੀ ਹੈ ਤੇ ਲੋਕਾਂ ਨੂੰ ਹੁਣ ਚਿੰਤਾ ਬਣੀ ਹੋਈ ਹੈ ਕਿ ਜੋ ਖਰਚੇ ਸਾਡੇ ਸਾਹਮਣੇ ਆ ਰਹੇ ਨੇ ਅਸੀਂ ਕਿਸ ਤਰ੍ਹਾਂ ਦੇ ਨਾਲ ਅਦਾ ਕਰਨੇ ਨੇ। ਬੇਸ਼ੱਕ ਉਹ ਬਿਜਲੀ ਦੇ ਬਿੱਲ ਹੋਣ ਜਾਂ ਫਿਰ ਸਕੂਲ ਦੇ ਬੱਚਿਆਂ ਦੀਆਂ ਫੀਸਾਂ ਦਾ ਮਸਲਾ ਹੋਵੇ ਜੋ ਕਿ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਔਰ ਜਿੱਥੇ ਸਕੂਲ ਮੈਨੇਜਮੈਂਟ ਸੁਣਨ ਲਈ ਤਿਆਰ ਨਹੀਂ ਹੈ ਤਾਂ ਉੱਥੇ ਹੀ ਮਾਪੇ ਕਹਿ ਰਹੇ ਨੇ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਇਹ ਅਦਾ ਕਰੀਏ। ਸੋ ਇਹ ਮਸਲਾ ਕਾਫੀ ਗੰਭੀਰ ਹੋ ਚੁੱਕਿਆ ਔਰ ਅੱਜ ਇੱਕ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ, ਪਰ ਦੱਸ ਦਈਏ ਕਿ ਇਸ ਨੂੰ ਲੈ ਕੇ ਹੀ ਵੱਡੀ ਖਬਰ ਹੈ ਕਿਉਂਕਿ ਮੀਟਿੰਗ ਜਿਹੜੀ ਹੈ ਉਹ ਬੇਨਤੀਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਮਾਮਲੇ ਨੂੰ ਲੈ ਕੇ ਵੱਡੀ ਖਬਰ ਹੈ। ਸਕੂਲਾਂ ਤੇ ਮਾਪਿਆਂ ਦੀ ਮੀਟਿੰਗ ਜਿਹੜੀ ਹੈ ਉਹ ਬੇਨਤੀਜਾ ਰਹੀ ਹੈ। ਸਿੱਖਿਆ ਮੰਤਰੀ ਔਰ ਏਜੀ ਦੀ ਮੌਜੂਦਗੀ ਦੇ ਵਿੱਚ ਮੀਟਿੰਗ ਹੋਈ ਹੈ। ਸਕੂਲਾਂ ਔਰ ਮਾਪਿਆਂ ਦੀ ਇਹ ਮੀਟਿੰਗ ਜਿਹੜੀ ਹੋਈ ਹੈ ਇਸ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲ ਸਕਿਆ, ਸਿਰਫ ਗੱਲਬਾਤ ਹੋਈ। ਸਿੱਖਿਆ ਮੰਤਰੀ ਔਰ ਏਜੀ ਦੀ ਮੌਜੂਦਗੀ ਦੇ ਵਿੱਚ ਮੀਟਿੰਗ ਹੋਈ ਹੈ। ਸ਼ਾਮ 5 ਵਜੇ ਫਿਰ ਤੋਂ ਜਿਹੜਾ ਹੈ ਉਹ ਰੱਖਿਆ ਗਿਆ ਸਮਾਂ ਔਰ ਇਹ ਅਤੁਲ ਨੰਦਾ ਦੇ ਘਰ ਜਿਹੜਾ ਹੈ ਉਸ ਸਮਾਂ ਰੱਖਿਆ ਗਿਆ। ਸੋ ਦੱਸਦੇ ਕਿ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਦਾ ਇਹ ਮਾਮਲਾ ਜਿਹੜਾ ਕਿ ਭਖਦਾ ਹੀ ਜਾ ਰਿਹਾ ਹੈ। ਸੋ ਗੰਭੀਰ ਮਾਮਲਾ ਹੈ। ਹਾਲਾਂਕਿ ਅਗਰ ਕਾਨੂੰਨੀ ਤੌਰ ਤੇ ਕਾਰਵਾਈ ਦੀ ਗੱਲ ਕਰੀਏ ਤਾਂ ਮਸਲਾ ਗੰਭੀਰ ਹੈ। ਕਿਸ ਤਰ੍ਹਾਂ ਦੇ ਨਾਲ ਇਸ ਸਿਰੇ ਚੜ ਪਾਏਗਾ ਇਹ ਵੱਡਾ ਸਵਾਲ ਹੈ। ਸਕੂਲਾਂ ਤੇ ਮਾਪਿਆਂ ਦੀ ਮੀਟਿੰਗ ਜਿਹੜੀ ਹੈ ਬੇਨਤੀਜਾ ਰਹੀ ਹੈ ਔਰ ਇੱਕ ਲੌਜਿਕ ਰੱਖਿਆ ਜਾ ਰਿਹਾ ਹੈ ਕਿ ਆਨਲਾਈਨ ਪੜ੍ਹਾਈ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਉਨੀ ਕੁ ਨਹੀਂ ਹੈ ਕਾਰਗਰ ਜਿੰਨੀ ਕੀ ਹੋਣੀ ਚਾਹੀਦੀ ਹੈ। ਅੱਜ ਦੀ ਮੀਟਿੰਗ ਦੀ ਗੱਲ ਹੈ, ਇਹਦੇ 'ਚ ਪੇਰੈਂਟਸ ਦੀ ਐਸੋਸੀਏਸ਼ਨ, ਇਹਦੇ ਵਿੱਚ ਸਕੂਲਸ ਐਸੋਸੀਏਸ਼ਨ, ਐਡਵੋਕੇਟ ਜਨਰਲ ਸਾਹਿਬ, ਮੈਂ ਤੇ ਮੇਰੇ ਸੈਕਟਰੀ ਸਾਹਿਬ ਤੇ ਸਰਕਾਰ ਦੇ ਨੁਮਾਇੰਦੇ ਅਸੀਂ ਸਾਰੇ ਮੌਜੂਦ ਸੀ। ਮਸਲਾ ਇੱਕੋ ਹੀ ਹੈ। ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਦੀਆਂ ਫੀਸਾਂ ਨੂੰ ਲੈ ਕੇ ਜੋ ਆਨਰੇਬਲ ਹਾਈ ਕੋਰਟ ਦਾ 70% ਦਾ ਆਰਡਰ ਆਇਆ ਸੀ, ਉਸ ਦੇ ਉੱਪਰ ਕੱਲ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਦੇਖਿਆ ਜਾਵੇ ਕਿ ਇਹਦਾ ਕੋਈ ਐਮਿਕੇਬਲ ਸੋਲੂਸ਼ਨ ਨਿਕਲ ਸਕੇ। ਉਸ ਨੂੰ ਲੈ ਕੇ ਅਸੀਂ ਗੱਲ ਕੀਤੀ ਹੈ। ਅੱਜ ਹੁਣ ਤੱਕ ਦੀ ਗੱਲਬਾਤ ਤੋਂ ਮੈਂ ਇੱਕੋ ਗੱਲ ਕਮੈਂਟ ਕਰਨਾ ਚਾਹੁੰਦਾ, ਐਜ਼ ਅ ਲਾਅ ਅਬਾਈਡਿੰਗ ਸਿਟੀਜ਼ਨ ਆਫ ਦਿਸ ਕੰਟਰੀ, ਲੁਕਿੰਗ ਐਟ ਦ ਕਨਸਟੀਟਿਊਸ਼ਨ ਆਫ ਦਿਸ ਕੰਟਰੀ, ਲੁਕਿੰਗ ਐਟ ਦੀ ਫੇਟ ਆਫ ਦੀ ਚਿਲਡਰਨ, ਬੱਚਿਆਂ ਦਾ ਭਵਿੱਖ ਦੇਖਣ ਦੇ ਸਾਹਮਣੇ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ ਦੇਣ ਦੇ ਨੂੰ ਮੁੱਖ ਰੱਖਦੇ ਹੋਏ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਆਈ ਸਟੈਂਡ ਬਾਏ ਦ children of this state, I stand by the parents of this state, and on the other hand we are trying to find an amicable solution. There is a meeting at 5 o'clock again with all the stakeholders to come out with a solution so that the same can be put up to the High Court by the Honorable AG as directed by the Honorable High Court. ਇੱਕੋ ਹੀ ਸਾਡਾ ਮਕਸਦ ਹੈ ਕਿ ਬੱਚਿਆਂ ਨੂੰ, ਪੇਰੈਂਟਸ ਨੂੰ ਪ੍ਰਾਈਵੇਟ ਸਕੂਲ ਵੱਲੋਂ ਰਿਲੀਫ ਮਿਲ ਸਕੇ ਔਰ ਬੱਚੇ ਦੇ ਮਾਪਿਓ ਉਹ ਫੀਸ ਪੇ ਕਰਨ ਦੀ ਦੇ ਵਿੱਚ ਹੋਣ ਜਿਹੜੀ ਫੀਸ ਸਰਕਾਰ ਵੱਲੋਂ ਤੈਅ ਕੀਤੀ ਜਾਵੇ ਆਨਰੇਬਲ ਹਾਈ ਕੋਰਟ ਦੇ ਆਰਡਰ ਤੋਂ ਬਾਅਦ। It is not about basic. I am saying कि we have listened to all the stakeholders. There is another meeting at 5 o'clock to finalize the modalities to be submitted to the Honorable High Court as desired by the High Court, and the Honorable AG has been asked to intervene with all the stakeholders and to find and come out with a solution. So तो फिर वही हल ਲੱਭਣ ਵਾਸਤੇ ਹੀ ਮੀਟਿੰਗ ਚੱਲ ਰਹੀ ਹੈ। ਮੈਂ ਉਹੀ ਗੱਲ ਕਿਹਾ ਹੈ ਕਿ ਜਦੋਂ ਸਰਕਾਰ ਨੇ ਕਿਹਾ ਸੀ ਕਿ ਕੱਲੀ ਟਿਊਸ਼ਨ ਫੀਸ ਚਾਰਜ ਕਰ ਲਓ ਤੇ ਆਨਰੇਬਲ ਹਾਈ ਕੋਰਟ ਨੇ 70% ਦਾ ਆਰਡਰ ਕੱਢਿਆ ਸੀਗਾ ਤੇ ਉਹਨਾਂ ਨੇ ਉਸ ਵੇਲੇ ਪੇਰੈਂਟਸ ਦੀ ਜਿਹੜੀ ਪਟੀਸ਼ਨ ਸੀ ਉਹ ਸੁਣੀ ਨਹੀਂ ਸੀਗੀ ਤੇ ਹੁਣ ਪੇਰੈਂਟਸ ਦੀ ਪਟੀਸ਼ਨ ਨੂੰ ਸਰਕਾਰ ਦੇ ਏਜੀ ਨੇ ਜਦੋਂ ਟੇਕ ਅਪ ਕੀਤਾ ਹੈ ਸਰਕਾਰ ਵੱਲੋਂ ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਐਮਿਕੇਬਲ ਸੋਲੂਸ਼ਨ ਕੱਢਣ ਵਾਸਤੇ, ਮੋਡੈਲਿਟੀਜ਼ ਵਰਕਆਊਟ ਕਰਨ ਵਾਸਤੇ ਸਟੇਕ ਹੋਲਡਰਸ ਨਾਲ ਮੀਟਿੰਗ ਕਰਕੇ ਉਸ ਨੂੰ ਕਰਨ ਦਾ ਫੈਸਲਾ ਕੀਤਾ। ਉਹਦੀ ਇੱਕ ਮੀਟਿੰਗ ਅਸੀਂ ਹੁਣ ਕੀਤੀ ਹੈ, ਇੱਕ ਸ਼ਾਮ ਨੂੰ ਕਰਾਂਗੇ ਤਾਂ ਕਿ ਉਸ ਦੇ ਉੱਪਰ ਕੋਈ ਨਾ ਕੋਈ ਫੈਸਲਾ ਹੋ ਸਕੇ ਔਰ ਅਸੀਂ ਉਸ ਨੂੰ ਹਾਈ ਕੋਰਟ ਦੇ ਵਿੱਚ ਸਬਮਿਟ ਕਰ ਸਕੀਏ ਤਾਂ ਕਿ ਆਨਰੇਬਲ ਹਾਈ ਕੋਰਟ ਇੱਕ ਅੱਛਾ ਫੈਸਲਾ ਕਰਕੇ ਪੰਜਾਬ ਦੇ ਹਿੱਤਾਂ ਦੇ ਵਿੱਚ ਕਰ ਸਕੇ। ਸਰ ਪੰਜਾਬ ਕਦੋਂ ਖੋਲ੍ਹਣ ਦੇ ਹੈਗੇ ਅਜੇ ਪਤਾ ਨਹੀਂ ਸਰ। ਯਾਰ ਕਰੋਨਾ ਦਾ ਕੀ ਪਤਾ ਹਲੇ, ਆਪਾਂ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਕਿ ਕਰੋਨਾ ਜਲਦੀ ਖਤਮ ਹੋਵੇ ਤੇ ਬੱਚੇ ਸਕੂਲ ਵੀ ਖੁੱਲ੍ਹ ਸਕਣ, ਪਰ ਸਾਡੀ ਸਭ ਤੋਂ ਪਹਿਲਾਂ ਫੋਕਸ ਇਹ ਹੈ ਕਿ ਬੱਚਿਆਂ ਦੀ ਸੇਫਟੀ ਤੇ ਸਿਕਿਉਰਿਟੀ ਸਾਡਾ ਮੇਨ ਏਮ ਹੈ। ਉਸ ਤੋਂ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। ਜਦੋਂ ਤੱਕ ਕਰੋਨਾ ਪੂਰਾ ਖਤਮ ਨਹੀਂ ਹੁੰਦਾ ਉਦੋਂ ਤੱਕ ਕੋਈ ਸਕੂਲ ਖੋਲ੍ਹਣ ਦੀ ਨਾ ਕੋਈ ਸੋਚ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਹਮੇਸ਼ਾ ਇੱਕੋ ਹੀ ਟੀਚਾ ਹੈ ਕਿ ਪਹਿਲਾਂ ਮੇਰਾ ਪੰਜਾਬ ਸੁਖੀ ਰਵੇ, ਪੰਜਾਬ ਦੇ ਬੱਚੇ ਸੁਖੀ ਰਹਿਣ। ਸੋ ਮਸਲਾ ਗੰਭੀਰ ਹੋ ਚੁੱਕਿਆ। ਜਿਸ ਤਰ੍ਹਾਂ ਦੇ ਨਾਲ ਸਿੱਖਿਆ ਮੰਤਰੀ ਵੀ ਗੱਲਬਾਤ ਕਰ ਰਹੇ ਸੀਗੇ, ਆਖਿਰਕਾਰ ਮਸਲਾ ਕੀ ਸਾਰਾ ਹੈਗਾ ਔਰ
ਕਿਸ ਤਰ੍ਹਾਂ ਦੇ ਨਾਲ ਇਸ ਨੂੰ ਸਿਰੇ ਚੜਨ ਦੀ ਸੋਚ ਵੀ ਸਕਦੇ ਆ। ਸੋ ਰਾਜੇਸ਼ ਚੌਹਾਨ ਸਾਡੇ ਨਾਲ ਪੱਤਰਕਾਰ ਮੌਜੂਦ ਨੇ। ਜੀ ਰਾਜੇਸ਼, ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਕਹੋਗੇ ਸਭ ਤੋਂ ਪਹਿਲਾਂ ਇਸ ਮਸਲੇ ਨੂੰ ਲੈ ਕੇ? देखिए, जिस तरह से एक टकराव लगातार बना हुआ है अभिभावकों के बीच और स्कूल प्रबंधन के बीच, उसमें सरकार ने आज दोनों जो स्टेक होल्डर्स थे उनकी बात सुनी है, उन दोनों के तर्क लिए हैं, दोनों ने अपने अपने दलीलें दी हैं और उसके बाद अब जो है कुछ समय सरकार ने ले लिया है ताकि बीच का जो रास्ता निकालने के लिए कोई एक ड्राफ्ट ऐसा तैयार हो जिस पे दोनों पक्ष जो हैं वो सहमत हो जाएं। तो इसीलिए 5 बजे एडवोकेट जनरल के निवास पर एक बार फिर दोनों पक्षों को बुलाया गया है ताकि जो शाम तक जो एक एक्सरसाइज करके बीच का कोई ऐसा मसौदा तैयार हो जिस पर दोनों पक्ष जो हैं वो सहमत हो जाएं। तो 5 बजे फाइनलाइज करके एक ऐसा कोई एक बीच का रास्ता निकाल कर एक सरकार कोशिश करेगी ताकि इस गतिरोध को, इस टकराव को टाला जा सके और हाई कोर्ट में जो पिटीशन लगी हुई है उस मामले में दोनों की सहमति के जरिए वहाँ एक मसौदा दिया जाए ताकि एक समाधान निकल करके सामने आए। राजेश, जी मीटिंग होने वाली है हुण 5 वजे, इस तो तय है, ठीक है, अतुल नंदा और अधिकार हो रही है कि सिक्ख्या मंत्री फिर तो मौजूद होंगे, कौन कौन इत्थे दोबारा तो सारे मैंबर मौजूद होंगे जो कि हुण इस मीटिंग दे विच सीगे? बिल्कुल, जो स्कूल फेडरेशंस हैं उनके जो डेलीगेशन यहाँ पर आया हुआ है वो लोग हैं, उनको बुलाया गया है और जो पेरेंट्स की तरफ से वकील हैं और पेरेंट्स भी कुछ हैं जिन्होंने अपना एक डेलीगेशन के तौर पर आज यहाँ पर आए थे, अलग अलग जिलों से कुछ नुमाइंदे हैं, तो इन सभी लोगों को वहाँ पर बुलाया गया है। ये अभी तय नहीं है कि शिक्षा मंत्री उस वक्त मौजूद रहेंगे नहीं रहेंगे, लेकिन जो अतुल नंदा हैं, जो एडवोकेट जनरल है, वो मौजूद रहेंगे, उनकी मौजूदगी में ये बैठक होगी और वो दोनों के साथ एक बार फिर जो फाइनलाइज चीज़ें होंगी उनके ऊपर डिस्कस करेंगे और फिर उन चीज़ों को बाहर जो है वो फाइनल कर दिया जाएगा। इस मीटिंग की गल करते हैं राजेश, हालांकि ਜਿਹੜਾ ਮਾਪਿਆਂ ਦਾ ਪੱਖ ਹੈਗਾ ਉਹ ਖੁਦ ਦੱਸ ਰਹੇ ਸੀਗੇ, ਜਿਹੜੇ ਵਕੀਲ ਸੀਗੇ, ਪਰ ਸਕੂਲ ਵਾਲਿਆਂ ਨੇ ਕੀ ਪੱਖ ਰੱਖਿਆ ਇਹ ਕੁਝ ਸਾਹਮਣੇ ਆਇਆ? ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਇੱਥੇ ਪੱਖ ਰੱਖਣਾ ਜ਼ਰੂਰੀ ਸਮਝਿਆ? बिल्कुल, स्कूल वालों की दलील है कि उनके जो टीचर्स हैं, करीब पंजाब में 1.5 लाख ऐसे जो टीचर्स हैं जो प्राइवेट स्कूलों में काम करते हैं, उनका पक्ष ये है कि उन सबको तनख्वाहें देनी हैं। इसके अलावा जो बसों के ड्राइवर्स हैं उनको तनख्वाहें देनी हैं, जो नॉन टीचिंग स्टाफ है उनकी तनख्वाहें हैं, बिजली के बिल हैं, स्कूल का मेंटेनेंस है, और ये तमाम जो चीज़ें हैं उन सब के खर्च उनके निकलने चाहिए, उनको घाटा नहीं होना चाहिए। तो उनके तर्क ये थे कि कम से कम हमें, और जो साथ साथ ऑनलाइन जो क्लासेस चल रही हैं उसके तमाम जो एक्सपेंडिचर्स हैं वो सारे खर्च निकल जाने चाहिए, उनको कमाई की ज़रूरत नहीं है, लेकिन घाटा भी नहीं होना चाहिए। उन्होंने अपनी ये बात रखी है। अच्छा राजेश, मसले का हल क्यों नहीं हो पाया इस मीटिंग दे विच? थोड़ा जिहा समय होर लग सकदा सीगा, मसले का हल हो सकदा सी, क्यों इनू 5 बजे ते पाया गया ताकि इसते वेरीफिकेशन दोबारा तो होए, या होर जो आंकड़े इकट्ठे करने हुण ओह होणगे, या फिर क्यों जिहड़ी है वो कुल मिला के सवाल ये है कि मसले का हल जिहड़ा है गल उस वल तुरी है कि नहीं तुरी? देखिए, जो दोनों स्टेक होल्डर्स हैं उनके सब की दलील सुनी है, अपील सुनी है, तमाम बातें सुनी हैं, उनकी कैलकुलेशन भी उन्होंने दी है कि कितना कितना खर्च होता है। दूसरी तरफ पेरेंट्स ने भी एक कैलकुलेशन दी है कि पहले 8 घंटे 7 घंटे स्कूल लगते थे, अब 2 घंटे में काम होता है, तो कम से कम 1/4 फीस ले ली जाए। तो ये तमाम चीज़ें हैं। अब सरकार के जो टेक्निकल्स हैं, जो एजुकेशन डिपार्टमेंट के जो विशेषज्ञ हैं और जो लीगल एक्सपर्ट्स हैं, वो बैठ कर के इन जो ये बचा हुआ जो समय है इसमें वो अपनी एक एक्सरसाइज करेंगे ताकि उन तमाम चीज़ों का विश्लेषण किया जा सके और उसी के आधार पर वो किसी नतीजे पर पहुंचेंगे। इसीलिए ये समय लिया गया है ताकि एक्सरसाइज की जा सके। अच्छा राजेश, अगर गल करिए तो जिस तरह के हालात बने हुए ने, सो उसनू वेखते हुए असी की कह सकते हैं, कुल मिला के की लगता है किदा ज़्यादा इत्थे पक्ष जिहड़ा वो रखा जाएगा? यानी कि कुल मिला के हुण तक 70% क्या हैगा कि जिहड़े मापे ने वो फीसां देण। तुहानू की लगता है जो भी डिस्कशन इत्थे हुई हैगी है, किस तरह दे नाल फैसला जिहड़ा है वो आ सकता है, कि फैसला दिता जा सकता है? इसमें गुरजोत देखिए, सरकार जो है एक प्रयास करेगी कि बीच का रास्ता निकाला जाए जिस पर अभिभावक भी सहमत हो जाएं और साथ ही साथ जो स्कूल के प्रबंधन है वो भी सहमत हो जाए, तो उनको भी घाटा ना हो और पेरेंट्स को भी ज़्यादा बोझ ना पड़े, क्योंकि कोरोना का जो काल चल रहा है इसमें लोगों के, छोटे दुकानदारों के, मध्यम लोगों के, गरीबों के, इन सब के काम धंधे पूरी तरह से ठप हो गए हैं, आमदन जो है वो प्रभावित हुई है। तो एक बीच का रास्ता निकालने की कोशिश करेगी ताकि स्कूल अपने खर्च भी निकाल सकें और अभिभावकों के ऊपर ज़्यादा बोझ भी ना पड़े। तो ये एक मध्यम मार्ग निकालने की कोशिश है जो शाम को 5 बजे तक इसकी एक्सरसाइज करके सरकार किसी नतीजे पर पहुँचेगी।
रहेगी। ਅਗਰ ਗੱਲਬਾਤ ਜਿਹੜੇ ਮਾਪਿਆਂ ਨਾਲ ਤੁਸੀਂ ਕੀਤੀ ਸੀਗੀ, ਮਾਪਿਆਂ ਦੇ ਵਕੀਲ ਦੇ ਨਾਲ ਕੀਤੀ ਸੀਗੀ, ਉਹ ਸਾਫ਼ ਤੌਰ ਤੇ ਕਹਿੰਦੇ ਹੋਏ ਸੀ ਕਿ ਅਸੀਂ ਅਟਲ ਹੈਗੇ ਆਪਣੇ ਪੈਸੇ ਤੇ ਔਰ ਅਸੀਂ ਇੱਥੋਂ ਟਸ ਤੋਂ ਮਸ ਨਹੀਂ ਹੋਣ ਵਾਲੇ। ਜਦੋਂ ਸਿਰਫ 2 ਹੀ ਕਲਾਸਾਂ ਲੱਗੀਆਂ ਨੇ ਆਨਲਾਈਨ, ਤਾਂ ਕਿਸ ਤਰ੍ਹਾਂ ਦੇ ਨਾਲ ਸਾਰੀ ਫੀਸ ਅਦਾ ਕਰ ਦੇਵਾਂਗੇ? ਜਾਂ ਤਾਂ ਸਾਨੂੰ ਇੱਕ ਪੱਕਾ ਦੱਸ ਦੇਣ ਕਿ ਅਸੀਂ ਤੁਸੀਂ 500 ਰੁਪਏ ਇੱਕ ਬੱਚੇ ਤੋਂ ਲੈਣੇ ਆ, 700 ਰੁਪਏ ਲੈਣੇ ਆ, 4000 ਰੁਪਏ ਫੀਸ ਹੈਗੀ ਹੈ, ਉਸ ਦੇ ਵਿੱਚੋਂ ਅਸੀਂ ਕਿਸ ਤਰ੍ਹਾਂ ਦੇ ਨਾਲ ਇੱਕ ਬੱਚੇ ਦੀ ਅਦਾ ਕੀਤੀ ਜਾਏਗੀ ਮਾਪਿਆਂ ਵੱਲੋਂ? ਸੋ ਲੱਗ ਰਿਹਾ ਕਿ ਪੂਰਾ ਤੌਰ ਤੇ ਸਖਤ ਪੱਖ ਜਿਹੜਾ ਮਾਪਿਆਂ ਨੇ ਰੱਖਿਆ ਹੈਗਾ, ਜਾਂ फिर स्कूल भी उसी तरह के नाल अपने था ते अड़े हुए ने? बिल्कुल, देखिए दोनों अपने अपने पक्षों के ऊपर जो हैं वो अड़े हुए हैं, अटल हैं, कायम हैं। लेकिन जो अभिभावक हैं उनका तर्क यही है कि उनके बच्चे 8 घंटे पढ़ते थे, अब 2 घंटे की ऑनलाइन क्लास हैं, तो वो 1/4 हुआ, तो उसका 1/4 फीस ले ली जाए, 1/3 ले ली जाए। और साथ ही साथ एक ये भी पक्ष है कि ऑनलाइन क्लासेज की खाना पूर्ति हो रही है। जो बच्चे छोटी क्लासेज के हैं, नर्सरी, UKG, KG के बच्चे हैं, वो ऑनलाइन नहीं पढ़ सकते। और साथ ही साथ ये भी कहा गया है कि ऑनलाइन क्लासेज की बजाय बहुत से स्कूल व्हाट्सएप के जरिए व्हाट्सएप ग्रुप में कुछ वीडियो डाल के या कुछ कंटेंट डाल के अपनी खाना पूर्ति कर रहे हैं, और सिर्फ फीस वसूलने के लिए किया जा रहा है, जबकि उसके ठोस नतीजे कोई सामने नहीं आ रहे हैं। तो ये तमाम पक्ष रखे गए हैं। अब देखना होगा कि सरकार दोनों के बीच में एक ऐसा तारतम्य बनाने की कोशिश करेगी ताकि जो पेरेंट्स हैं वो भी मान जाएं और जो स्कूल मैनेजमेंट हैं उनको भी कोई ज़्यादा एतराज़ ना हो। बीच का रास्ता निकालने की कोशिश है। ਮਸਲਾ ਸਾਰਾ ਇਹ ਨਹੀਂ ਹੈ ਕਿ ਰਾਜੇਸ਼ ਜਿਸ ਤਰ੍ਹਾਂ ਦੇ ਨਾਲ ਸਕੂਲ ਕਹਿ ਰਹੇ ਨੇ ਸਾਨੂੰ ਫੀਸਾਂ ਹੀ ਚਾਹੀਦੀਆਂ, ਉਹਨਾਂ ਦਾ ਕਹਿਣਾ ਕਿ ਸਾਨੂੰ ਪੈਸਾ ਚਾਹੀਦਾ ਹੈ। ਕੁੱਲ ਮਿਲਾ ਕੇ ਅਸੀਂ ਉਸ ਪੈਸੇ ਨੂੰ ਨਾ ਭੁੱਲੀਏ, ਬਜਟ ਨੂੰ ਨਾ ਭੁੱਲੀਏ ਜਿਹੜਾ ਕਿ ਸਰਕਾਰ ਦੇ ਕੋਲ ਪਿਆ। ਉਸ ਦੇ ਬਾਰੇ ਕੋਈ ਗੱਲਬਾਤ ਹੋਈ? ਸਿੱਖਿਆ ਮੰਤਰੀ ਗੱਲਬਾਤ ਕਰ ਰਹੇ ਸੀਗੇ, ਇਹਨਾਂ ਨੇ ਕੋਈ ਪੱਖ ਰੱਖਿਆ? ਹਾਲਾਂਕਿ ਸਰਕਾਰ ਦੇ ਤੌਰ ਤੇ ਪੱਖ ਰੱਖਣ ਆਏ ਸੀਗੇ, ਇਹਨਾਂ ਦਾ ਕੀ ਪੱਖ ਸੀਗਾ? देखिए सरकार का ये साफ तौर पर जो यहाँ पर लीगल एक्सपर्ट थे उनका ये कहना था कि स्कूल जो हैं वो संवैधानिक तौर पर एक आम प्रॉफिट का जरिया नहीं है, बल्कि वो चैरिटेबल संस्थाएं हैं। वो स्कूल जो हैं वेलफेयर के लिए बने हैं, बच्चों की शिक्षा के लिए बने हैं, और बाकायदा बहुत से स्कूलों को सरकारों ने रियायती दरों पर ज़मीनें दी हैं, और जो बिल्डिंग्स बनी हैं वो भी पेरेंट्स द्वारा जो बिल्डिंग फंड हर बार एडमिशन के समय दिया जाता है उन फंड से बनी हैं। तो ऐसे में स्कूल जो हैं वो प्रॉफिट की बात नहीं कर सकते हैं। बात यदि सिर्फ खर्च की जाए तो खर्च उतना नहीं बैठता है जितना स्कूल फीस लेना चाहते हैं। और इसी तरह से जो अभिभावक हैं वो एक आंकड़ा पेश कर रहे हैं कि आप इतनी फीस ले लीजिए जितने में आपकी तनख्वाहें निकल जाएं। जी ठीक है राजेश, बहुत बहुत धन्यवाद, शुक्रिया जुड़न दे लई साडे नाल तमाम जानकारी दे लई। सो इस विच अगर मसले की गल की जाए तो वकील जिहड़े ने उन्हां दा की कुछ कहना, एक बार सुन लेने। देखिए सर, उन सबके पास ऑलरेडी सारा बैकअप रेडी होता है, वो अपने शिक्षकों की तनख्वाहें दे सकते हैं, इतने कैपेबल होते हैं स्कूल। अगर शिक्षक हमें, जैसे कि सरकार ने बोला है कि ऑनलाइन स्टडी का ये क्राइटेरिया है, उसके अकॉर्डिंगली पढ़ा रहे हैं तो ठीक है, आप उनको पे कीजिए, वो आपकी रिस्पॉन्सिबिलिटी है। बट पेरेंट्स अगर 4000 रुपया मंथली आपको पे करता रहा है पिछले सालों में, आप उसको 6-7 घंटे की एजुकेशन प्रोवाइड करते रहे हो, आपके टीचर्स प्रोवाइड करते रहे अप्रोप्रिएटली, बट अब तो नहीं चल रही है ना वो चीज़। अब आप जितना कर रहे हो आप उतना डिमांड करो। आपको भी पता है कि पेरेंट्स सारे बेरोज़गार हुए हुए हैं, किसी के पास कोई काम नहीं है करने के लिए। अगर कोई काम कर रहा है तो वो अपने घर के रूटीन के खर्चे निकाल रहा है, तो आप उतना डिमांड करो जितना वो दे सकते हैं। ये तो नहीं है ना कि आप बोलोगे जी 3000 है तो आप हमें कोई बात नहीं 2900 रुपया दे दो। हम सब्जी मंडी में थोड़ा खड़े हैं, थोड़ा एथिकल बात करनी चाहिए इन लोगों को। ਸੈਕਟਰੀ ਸਾਹਿਬ ਤੇ ਔਰ ਬੱਚੇ ਦੇ ਮਾਪਿਓ ਉਹ ਫੀਸ ਪੇ ਕਰਨ ਦੀ ਦੇ ਵਿੱਚ ਹੋਣ, ਜਿਹੜੀ ਫੀਸ ਸਰਕਾਰ ਵੱਲੋਂ ਤੈਅ ਕੀਤੀ ਜਾਵੇ ਆਨਰੇਬਲ ਹਾਈ ਕੋਰਟ ਦੇ ਆਰਡਰ ਤੋਂ ਬਾਅਦ। तो मसला गंभीर है। स्कूलों ते मापियां दी मीटिंग जिहड़ी है वो नतीजा रही है, और इस दे लई जो हालात ने वो ਇਹ ਨੇ ਕਿ ਹੁਣ 5 ਵਜੇ ਮੀਟਿੰਗ ਹੋਏਗੀ। ਸੁਣਿਆ ਵੀ ਜਿੱਦਾਂ ਪੇਰੈਂਟਸ ਦਾ ਪੱਖ ਰੱਖਿਆ ਗਿਆ ਔਰ ਬਹੁਤ ਧਿਆਨ ਦੇ ਨਾਲ ਆਨਰੇਬਲ ਐਜੂਕੇਸ਼ਨ ਮਿਨਿਸਟਰ ਤੇ ਐਜੂਕੇਸ਼ਨ ਸੈਕਟਰੀ ਤੇ ਸਾਡੇ ਆਨਰੇਬਲ AG ਪੰਜਾਬ ਅਤੁਲ ਨੰਦਾ ਜੀ ਨੇ ਬਹੁਤ ਧਿਆਨ ਨਾਲ ਇਹ ਕੋਸ਼ਿਸ਼ ਕੀਤੀ ਹੈ ਵੀ ਕਿਤੇ ਨਾ ਕਿਤੇ ਕੰਸੈਂਸਸ ਨਿਕਲੇ। ਦੱਸਿਆ ਗਿਆ ਪੇਰੈਂਟਸ ਵੱਲੋਂ ਕਿ ਕੋਵਿਡ-19 ਪੈਂਡੈਮਿਕ ਦੀ ਵਜ੍ਹਾ ਨਾਲ ਇਹ ਇਕੱਲਾ ਮੈਨੇਜਮੈਂਟ ਸਕੂਲ ਦੇ ਕਹਿੰਦੇ ਆ ਨਾ ਵੀ ਸਾਨੂੰ ਪ੍ਰੋਬਲਮ ਆ ਗਈ, ਲਾਸ ਵਿੱਚ ਹੈ, ਪੇਰੈਂਟਸ ਤਾਂ ਖੁਦ ਉਹਦੇ ਵਿਕਟਿਮ ਨੇ। ਔਰ ਜੋ ਆਨਲਾਈਨ ਟੀਚਿੰਗ ਹੁੰਦੀ ਹੈ ਉਹ ਕਿਸੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੱਥੇ ਨੈਟਵਰਕ ਹੀ ਨਹੀਂ ਹੈ ਉੱਥੇ ਕੋਈ ਟੀਚਿੰਗ ਦਾ ਸਕੋਪ ਨਹੀਂ ਹੈ, ਨਾ ਬੱਚਾ ਪੜ੍ਹ ਸਕਦਾ। ਇਹ ਤਾਂ
ਉਤੋਂ ਤੇ ਸਗੋਂ ਪੇਰੈਂਟਸ ਦੇ ਉੱਤੇ ਬਰਡਨ ਹੈ